ਭੰਜਨ ਗੁਰ ਸੂਰਮਾ। ਵੱਡ ਜੋਦਾ ਬਹੁ ਪਰ ਉਪਕਾਰੀ। ਦਲ ਭੰਜਨ ਗੁਰ ਸੂਰਮਾ। ਵੱਡ ਜੋਦਾ ਬਹੁ ਪਰ ਉਪਕਾਰੀ। ਨਾਰਾਇਣ ਨਰ ਪਤ ਨਮਸਕਾਰੈ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ। ਜੁਗ ਜੁਗ ਅਟਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਸਨਮਾਨ ਸਤਿਕਾਰਯੋਗ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹਾਂ। ਗੁਰ ਸੰਗਤ ਰੂਪ ਚ ਗੁਰੂ ਕੇ ਦਰਬਾਰ ਵਿਖੇ ਜੁੜੇ ਹਾਂ ਔਰ ਬੰਦੀ ਛੋੜ ਦਿਵਸ ਦੀਵਾਲੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਜੇ ਹੋਏ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਪਾਵਨ ਪਵਿੱਤਰ ਇਲਾਹੀ ਸਾਚੀ ਤੁਰ ਕੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬਹੁਤ ਪਿਆਰ ਸਹਿਤ ਸਤਿਕਾਰ ਸਹਿਤ ਸ਼ਰਵਣ ਕੀਤੇ ਹਨ। ਉਪਰੰਤ ਆਓ ਕੁਝ ਸਮਾਂ ਕਥਾ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਅਦਬ ਸਹਿਤ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਜੋ ਦਿਹਾੜਾ ਹੈ, ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ, ਜਿਨ੍ਹਾਂ ਨੇ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਔਰ ਬਹੁਤ ਲੰਬੇ ਸਮੇਂ ਬਾਅਦ ਗੁਰੂ ਮਹਾਰਾਜ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਔਰ ਇਤਿਹਾਸਕ ਮਿੱਥਾਂ ਇਤਿਹਾਸਕ ਸਰੋਤ ਕਹਿੰਦੇ ਹਨ ਕਿ ਸੰਗਤਾਂ ਬੜੀਆਂ ਉਤਾਵਲੀਆਂ ਸਨ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ। ਤੇ ਜਦੋਂ ਮਹਾਰਾਜ ਜੀ ਦੇ ਆਉਣ ਦੀ ਸੰਗਤ ਨੇ ਖਬਰ ਸੁਣੀ ਕਿ ਸਤਿਗੁਰੂ ਆਉਂਦੇ ਪਏ ਹਨ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਸੰਗਤ 'ਚ ਬੜਾ ਚਾਅ ਬੜਾ ਉਤਸ਼ਾਹ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਚੇਚੇ ਤੌਰ ਤੇ ਸੰਗਤਾਂ ਨੇ ਦੀਪਮਾਲਾ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਦੇ ਵਿੱਚ। ਔਰ ਉਦੋਂ ਬਾਅਦ ਫਿਰ ਇਹ ਇਸੇ ਤਰ੍ਹਾਂ ਇਹ ਦਿਨ ਮਨਾਉਣ ਦੀ ਜਿਹੜੀ ਪਰੰਪਰਾ ਹੈ ਉਹ ਲਗਾਤਾਰ ਚੱਲਦੀ ਆਈ। ਇੱਕ ਜਦੋਂ ਅਸੀਂ ਹੋਰ ਦੂਜਾ ਪੱਖ ਵੇਖਦੇ ਹਾਂ, ਇਤਿਹਾਸ ਦੀਆਂ ਜਦੋਂ ਹੋਰ ਕਿਤਾਬਾਂ ਨੂੰ ਪੁਸਤਕਾਂ ਨੂੰ ਜਦੋਂ ਪੜ੍ਹਿਆ ਜਾਂਦਾ ਹੈ ਤੇ ਭਾਵੇਂ ਇਹ ਬੰਦੀ ਛੋੜ ਦਿਹਾੜਾ ਹੈ ਜਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਾਂ ਇੱਕ ਦਿਹਾੜਾ ਅਸੀਂ ਜਨਵਰੀ ਮਹੀਨੇ 'ਚ ਮਨਾਉਂਦੇ ਹਾਂ ਜਦੋਂ ਮੁਕਤਸਰ ਸਾਹਿਬ ਵਿਖੇ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ, ਟੁੱਟੀ ਗੰਢੀ ਦਾ ਦਿਹਾੜਾ। ਹਾਲਾਂਕਿ ਜਦੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਗ੍ਰੰਥਾਂ ਨੂੰ ਪੜ੍ਹੀਏ ਤੇ ਤਰੀਕਾਂ ਉਹ ਨਹੀਂ ਹਨ ਜਿਸ ਦਿਨ ਇਹ ਦਿਨ ਮਨਾਏ ਜਾਂਦੇ ਹਨ।
ਗੁਰੂ ਮਹਾਰਾਜ ਜੀ ਨੇ ਬਿਦਾਵਾ ਜੋ ਉਹ ਸਿੱਖਾਂ ਨੇ ਲਿਖਿਆ ਸੀ, ਪਾੜਿਆ, ਮੁਕਤਸਰ ਦੀ ਜਿਹੜੀ ਜੰਗ ਹੋਈ ਆ, ਉਹ ਇਤਿਹਾਸ ਕਹਿੰਦਾ ਹੈ ਕਿ ਕਰੀਬਨ ਮਈ ਮਹੀਨੇ 'ਚ ਉਹ ਜੰਗ ਹੋਈ ਸੀ। ਪਰ ਉਹ ਜਿਹੜਾ ਦਿਨ ਹੈ ਉਹ ਜਨਵਰੀ ਮਹੀਨੇ ਦੇ ਵਿੱਚ ਮਾਘੀ ਦੀ ਸੰਗਰਾਂਦ ਤੇ ਮਨਾਉਣ ਦੀ ਇੱਕ ਪਰੰਪਰਾ, ਇੱਕ ਰੀਤ ਚੱਲਦੀ ਆ ਰਹੀ ਹੈ, ਉਸੇ ਦਿਨ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ, ਜਦੋਂ ਆਪਾਂ ਵੱਖ-ਵੱਖ ਸਰੋਤਾਂ ਨੂੰ, ਵੱਖ-ਵੱਖ ਗ੍ਰੰਥਾਂ ਨੂੰ ਪੜ੍ਹਦੇ, ਹਾਲਾਂਕਿ ਇਤਿਹਾਸ ਬੜਾ ਪੁਰਾਣਾ ਹੈ ਤੇ ਪ੍ਰੋਪਰ ਤਰੀਕਾਂ ਬਹੁਤ ਸਮੇਂ ਬਾਅਦ ਲਿਖੀਆਂ ਗਈਆਂ, ਪਤਾ ਨਹੀਂ ਕਿ ਕਿਹੜੀ ਤਰੀਕ ਸਹੀ ਹੈ ਕਿਹੜੀ ਗਲਤ ਹੈ, ਕਈ ਤਰੀਕਾਂ ਅੱਗੇ ਪਿੱਛੇ ਮਿਲਦੀਆਂ ਹਨ। ਫਿਰ ਵੀ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ ਬਹੁਤ ਸਾਰੇ ਇਤਿਹਾਸਕ ਗ੍ਰੰਥਾਂ ਨੇ ਅਪ੍ਰੈਲ ਮਹੀਨੇ ਦਾ ਮੰਨਿਆ ਹੈ, ਅਪ੍ਰੈਲ ਮਹੀਨੇ ਦਾ 13 ਅਪ੍ਰੈਲ। ਪਰ ਉਹ ਜਿਹੜਾ ਦਿਨ ਹੈ ਮਨਾਇਆ ਕਦੋਂ ਜਾਂਦਾ ਹੈ? ਅਕਤੂਬਰ ਜਾਂ ਨਵੰਬਰ 'ਚ, ਜਦੋਂ ਕੱਤਕ ਮਹੀਨੇ ਦੀ ਪੂਰਨਮਾਸ਼ੀ ਆਉਂਦੀ ਆ, ਉਦੋਂ ਮਨਾਇਆ ਜਾਂਦਾ ਹੈ ਪੁਰਾਣੇ ਸਮਿਆਂ ਤੋਂ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਆਉਣ ਦਾ ਸਮਾਂ ਵੀ ਜਿਹੜਾ ਉਹ ਪ੍ਰੋਪਰ ਐਨ ਇਹ ਨਹੀਂ ਹੈ ਕਿ ਦੀਵਾਲੀ ਵਾਲਾ ਦਿਨ ਹੀ ਸੀ, ਅੱਗੇ ਪਿੱਛੇ ਸਨ ਤਰੀਕਾਂ, ਪਰ ਇੱਕ ਮਨਾਉਣ ਦੀ ਪਰੰਪਰਾ ਇਹ ਰੱਖ ਲਈ ਗਈ। ਇਹਦੇ ਕੁਝ ਕਾਰਨ ਸਨ, ਕਿਉਂਕਿ ਪੁਰਾਣਾ ਸਮਾਂ ਸੀ, ਇੰਨੀ ਐਜੂਕੇਸ਼ਨ ਨਹੀਂ ਸੀ, ਦਿਨ ਤਰੀਕਾਂ ਯਾਦ ਰੱਖੀਆਂ ਜਾ ਸਕਦੀਆਂ। ਸੋ ਜਿਹੜੇ ਦਿਨ ਪ੍ਰਚਲਿਤ ਸਨ, ਮਿੱਥ ਲਏ ਗਏ ਕਿ ਇਸ ਦਿਨ ਇਹ ਦਿਨ ਮਨਾਇਆ ਜਾਵੇਗਾ ਤਾਂ ਕਿ ਸਾਰਿਆਂ ਨੂੰ ਵੈਸੇ ਹੀ ਚੇਤਾ ਰਵੇ, ਬਹੁਤੀਆਂ ਤਰੀਕਾਂ ਦੇ ਝਮੇਲਿਆਂ 'ਚ ਨਾ ਪੈਣਾ ਪਵੇ। ਇਸੇ ਤਰ੍ਹਾਂ ਵਿਸਾਖੀ ਦਾ ਪੁਰਬ ਜਿਹੜਾ ਗੁਰੂ ਘਰ ਵਿਖੇ ਮਨਾਇਆ ਜਾਂਦਾ ਹੈ, ਉਹਦਾ ਵੀ ਇਹ ਇੱਕ ਵੱਡਾ ਕਾਰਨ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੇ ਇੱਕ ਬਹੁਤ ਉੱਚ ਕੋਟੀ ਦੇ ਸਿੱਖ ਹੋਏ ਨੇ, ਭਾਈ ਪਾਰੋ ਜੁਲਕਾ ਜੀ, ਗੁਰੂ ਘਰ ਦੇ ਬੜੇ ਵੱਡੇ ਪ੍ਰਚਾਰਕ ਸਨ। ਤੇ ਇਹ ਕੱਲੇ ਗੁਰੂ ਕੇ ਸਿੱਖ ਨੇ ਆਪਣੇ ਪਿੰਡ ਡੱਲੇ 'ਚ ਕਰੀਬਨ 74 ਪ੍ਰਚਾਰਕ ਹੋਰ ਤਿਆਰ ਕੀਤੇ ਸਨ। ਇਹ ਸਿੱਖ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਸਲਾਹ ਦਿੱਤੀ ਸੀ ਕਿ ਮਹਾਰਾਜ ਵੇਖੋ, ਸਿੱਖ ਦੇਸਾਂ ਪਰਦੇਸਾਂ 'ਚ ਫੈਲੇ ਹੋਏ ਨੇ, ਪਰ ਸਿੱਖਾਂ ਦਾ ਇੱਕ ਦੂਜੇ ਦੇ ਨਾਲ ਸੰਪਰਕ ਨਹੀਂ ਹੈ, ਕਮਿਊਨੀਕੇਸ਼ਨ ਨਹੀਂ ਹੈ। ਤੇ ਸਿੱਖਾਂ ਨੇ, ਕਿਉਂਕਿ ਗੁਰੂ ਘਰ ਦੀ ਹੁਣ ਮਰਿਆਦਾ ਵੱਖਰੀ ਹੈ ਤੇ ਹਰ ਸਿੱਖ ਚਾਹੁੰਦਾ ਹੈ ਕਿ ਮੇਰੀ ਧੀ, ਮੇਰੇ ਪੁੱਤ ਦਾ ਵਿਆਹ ਸਿੱਖ ਪਰਿਵਾਰ ਦੇ ਘਰ ਹੀ ਹੋਏ, ਪਰ ਪਤਾ ਕੁਝ ਨਹੀਂ ਹੁੰਦਾ ਹੈ ਕਿ ਕਿੱਥੇ ਸਿੱਖ ਰਹਿੰਦਾ, ਕਿੱਥੇ ਕਿਸੇ ਸਿੱਖ ਦਾ ਪੁੱਤ ਵਿਆਹੁਣ ਵਾਲਾ, ਕਿੱਥੇ ਧੀ ਵਿਆਹੁਣ ਵਾਲੀ ਹੈ। ਇਸ ਕਰਕੇ ਕੋਈ ਨਾ ਕੋਈ ਸਾਲ ਦਾ ਇਦਾਂ ਦਾ ਇੱਕ ਦਿਨ ਮਿੱਥ ਲਵੋ ਜਦੋਂ ਸਾਰੇ ਹੀ ਸਿੱਖ ਗੁਰੂ ਘਰ ਵਿਖੇ ਆਇਆ ਕਰਨ, ਸਿੱਖ ਵੀ ਆਉਣ ਤੇ ਇੱਕ ਦੂਜੇ ਦੇ ਨਾਲ ਸਿੱਖਾਂ ਦਾ ਤਾਲਮੇਲ ਵੀ ਬਣੇ, ਇੱਕ ਦੂਜੇ ਦੇ ਨਾਲ ਜਾਣ ਪਛਾਣ ਵੀ ਹੋਵੇ ਤੇ ਸਿੱਖ ਵੇਖ ਸਕੇ ਜੇ ਮੇਰਾ ਪੁੱਤ ਵਿਆਹੁਣ ਵਾਲਾ, ਕਿਸੇ ਦੀ ਧੀ ਵਿਆਹੁਣ ਵਾਲੀ, ਆਪਸ ਦੇ ਵਿੱਚ ਰਿਸ਼ਤੇ ਕੀਤੇ ਜਾ ਸਕਣ। ਤੇ ਉਹ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਵਿਸਾਖੀ ਦਾ ਪੁਰਬ ਜਿਹੜਾ ਹੈ ਉਹ ਪਹਿਲੀ ਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਜਾਂਦਾ ਸੀ। ਇਸੇ ਕਰਕੇ ਕਿਉਂਕਿ ਵਿਸਾਖੀ ਤੇ ਸਿੱਖਾਂ ਨੂੰ ਪਤਾ ਹੀ ਹੁੰਦਾ ਸੀ ਕਿ ਗੁਰੂ, ਜਿੱਥੇ ਗੁਰੂ ਮਹਾਰਾਜ ਹਨ ਉੱਥੇ ਜਾਣਾ ਹੀ ਜਾਣਾ ਹੈ, ਬਹੁਤੇ ਸੁਨੇਹੇ ਵੀ ਭੇਜਣ ਦੀ ਲੋੜ ਨਹੀਂ ਸੀ ਹੁੰਦੀ। ਇਸੇ ਕਰਕੇ ਦਸਮ ਪਾਤਸ਼ਾਹ ਜੀ ਨੇ ਵੀ ਅੰਮ੍ਰਿਤ ਸੰਚਾਰ ਦੇ ਲਈ ਵਿਸਾਖੀ ਦਾ ਦਿਨ ਮਿੱਥਿਆ ਸੀ, ਕਿਉਂਕਿ ਪਤਾ ਸੀ ਸਭ ਨੇ ਆਉਣਾ ਹੀ ਆਉਣਾ, ਉਸ ਦਿਨ ਅੰਮ੍ਰਿਤ ਸੰਚਾਰ ਕੀਤਾ ਜਾਏਗਾ। ਹੁਣ ਜਦੋਂ ਅਸੀਂ ਗੱਲ ਬੰਦੀ ਛੋੜ ਦੀ ਕਰਦੇ ਹਾਂ ਤੇ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਤਿਹਾਸ ਦੇ ਗ੍ਰੰਥਾਂ ਦੇ ਅੰਦਰ ਇਹ ਬੰਦੀ ਛੋੜ ਸ਼ਬਦ 3 ਵਿਅਕਤੀਆਂ ਦੇ ਨਾਲ ਲੱਗਿਆ ਹੈ, 2 ਗੁਰੂ ਸਾਹਿਬਾਨਾਂ ਦੇ ਨਾਲ, ਇੱਕ ਸਿੱਖ ਦੇ ਨਾਲ। ਸਭ ਤੋਂ ਪਹਿਲੇ ਨੰਬਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ, ਦੂਜੇ ਨੰਬਰ ਤੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਦਿਹਾੜਾ ਅਸੀਂ ਮਨਾ ਰਹੇ ਹਾਂ, ਤੀਜੇ ਨੰਬਰ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਜਦੋਂ ਅਬਦਾਲੀ ਹਿੰਦੁਸਤਾਨ ਦੀਆਂ ਧੀਆਂ ਬੱਚੀਆਂ ਨੂੰ ਬੰਦੀ ਬਣਾ ਕੇ ਕਾਬਲ ਕੰਧਾਰ ਵਾਲੇ ਪਾਸੇ ਖੜਦਾ ਪਿਆ ਸੀ ਤੇ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਸਿੱਖ ਡਟ ਗਏ ਸਨ ਮੁਗਲੀਆ ਫੌਜਾਂ ਦੇ ਅੱਗੇ। ਧੀਆਂ ਬੱਚੀਆਂ ਛਡਾ ਕੇ ਉਹਨਾਂ ਨੂੰ ਘਰੋਂ ਘਰ ਪਹੁੰਚਾਇਆ ਗਿਆ ਸੀ। ਅਬਦਾਲੀ ਦੀ ਬੰਦੀ ਚੋਂ, ਬੰਦਿਸ਼ ਚੋਂ, ਜੇਲ੍ਹ ਚੋਂ, ਕੈਦ ਚੋਂ ਬੱਚੀਆਂ ਨੂੰ ਛਡਾਇਆ ਸੀ, ਜਿਸ ਕਰਕੇ ਉਹਨਾਂ ਨੂੰ ਵੀ ਬੰਦੀ ਛੋੜ ਕਹਿ ਕੇ ਸਨਮਾਨਿਆ ਗਿਆ ਸੀ ਉਸ ਵਕਤ।
ਸਭ ਤੋਂ ਪਹਿਲੇ ਨੰਬਰ ਤੇ ਗੁਰੂ ਨਾਨਕ ਮਹਾਰਾਜ ਬੰਦੀ ਛੋੜ ਜਦੋਂ ਬਾਬਰ ਨੇ ਹਮਲਾ ਕੀਤਾ, ਐਮਨਾਬਾਦ ਨਗਰ ਨੂੰ ਆਪਣਾ ਟਾਰਗੇਟ ਉਹਨੇ ਬਣਾਇਆ। ਗੁਰੂ ਨਾਨਕ ਮਹਾਰਾਜ ਵੀ ਉੱਥੇ ਸਨ। ਅਮੀਰਾਂ ਨੂੰ ਤੇ ਉਹਨੇ ਲੁੱਟਿਆ ਤੇ ਕਤਲ ਕੀਤਾ। ਗਰੀਬਾਂ ਦੇ ਘਰਾਂ 'ਚ ਕੁਝ ਨਹੀਂ ਸੀ ਲੁੱਟਣ ਕਸੁੱਟਣ ਵਾਲਾ, ਉਹਨਾਂ ਨੇ ਮੁਗਲਾਂ ਨੇ ਕੈਦ ਕਰ ਲਿਆ ਕਿ ਇਹਨਾਂ ਨੂੰ ਕਾਬਲ ਖੜਾਂਗੇ, ਗੁਲਾਮ ਬਣਾ ਕੇ ਇਹਨਾਂ ਕੋਲੋਂ ਕੰਮ ਕਰਵਾਵਾਂਗੇ, ਹੋਰ ਤੇ ਇਹਨਾਂ ਦੇ ਕੋਲੋਂ ਸਾਨੂੰ ਮਿਲਣਾ ਕੁਝ ਨਹੀਂ ਹੈ। ਤੇ ਇਤਿਹਾਸ ਕਹਿੰਦਾ ਗੁਰੂ ਨਾਨਕ ਮਹਾਰਾਜ ਨੂੰ ਵੀ ਉਹਨੇ ਕੈਦ ਕਰ ਲਿਆ, ਭਾਈ ਮਰਦਾਨਾ ਵੀ ਨਾਲ। ਤੇ ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਨਾਨਕ ਮਹਾਰਾਜ ਨੇ ਮੋਦੀ ਖਾਨੇ 'ਚ ਕਿਰਤ ਕੀਤੀ ਸੀ, ਉਥੋਂ ਦਾ ਨਵਾਬ ਦੌਲਤ ਖਾਨ, ਉਹਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਕਿ ਗੁਰੂ ਨਾਨਕ ਜੀ ਨੂੰ ਤੇ ਉਹਨੇ ਕੈਦ ਕਰ ਲਿਆ ਹੈ ਬਾਬਰ ਨੇ, ਉਹ ਫਿਰ ਦੌਲਤ ਖਾਨ ਬਾਬਰ ਦੇ ਕੋਲ ਪਹੁੰਚਿਆ। ਗੁਰੂ ਨਾਨਕ ਮਹਾਰਾਜ ਜੀ ਦੀ ਮਹਿਮਾ ਵਡਿਆਈ ਉਹਨੂੰ ਦੱਸੀ। ਕਹਿਣ ਲੱਗਾ, ਬਾਬਰ ਉਹ ਤੇ ਖੁਦ ਖੁਦਾ ਹਨ, ਪਰਮੇਸ਼ਰ ਹਨ, ਤੂੰ ਕਿਉਂ ਆਪਣੀਆਂ ਕੁੱਲਾਂ ਦਾ ਨਾਸ਼ ਕਰਵਾਉਣਾ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਕਰਕੇ? ਜੇ ਆਪਣੀਆਂ ਕੁੱਲਾਂ ਦਾ ਭਲਾ ਚਾਹੁੰਦਾ ਹੈ ਤੇ ਗੁਰੂ ਨਾਨਕ ਤੋਂ ਭੁੱਲ ਦੀ ਖਿਮਾ ਵੀ ਮੰਗ, ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢ। ਬਾਬਰ ਨੂੰ ਜਦੋਂ ਪਤਾ ਲੱਗਿਆ, ਉਹਨੇ ਫਿਰ ਸੁਨੇਹਾ ਭੇਜਿਆ ਗੁਰੂ ਨਾਨਕ ਮਹਾਰਾਜ ਵਾਲੇ ਪਾਸੇ, ਆਪਣੇ ਏਲਚੀ ਸਿਪਾਹੀ ਵਜ਼ੀਰ ਭੇਜੇ ਕਿ ਜਾਓ ਉਹਨਾਂ ਨੂੰ ਕਹੋ ਸਾਨੂੰ ਤੁਹਾਡੀ ਮਹਿਮਾ ਦਾ ਪਤਾ ਨਹੀਂ ਸੀ, ਭੁਲੇਖੇ ਦੇ ਨਾਲ, ਗਲਤੀ ਦੇ ਨਾਲ ਤੁਹਾਨੂੰ ਕੈਦ ਕਰ ਲਿਆ ਗਿਆ ਹੈ, ਤੁਸੀਂ ਬਾਹਰ ਆ ਜਾਓ, ਬਾਹਰ ਆ ਜਾਓ ਤੁਸੀਂ। ਹੁਣ ਜਦੋਂ ਬਾਬਰ ਦੇ ਬੰਦੇ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਪਹੁੰਚੇ, ਜਾ ਕੇ ਬਾਬਰ ਵਾਲੇ ਪਾਸਿਓਂ ਸਤਿਗੁਰਾਂ ਤੋਂ ਖਿਮਾ ਮੰਗੀ। ਕਹਿਣ ਲੱਗੇ, ਜੀ ਤੁਸੀਂ ਬਾਹਰ ਆ ਜਾਓ, ਤੁਹਾਨੂੰ ਭੁਲੇਖੇ ਦੇ ਨਾਲ ਫੜ ਲਿਆ ਗਿਆ ਸੀ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਜੇ ਅਸੀਂ ਬੇਗੁਨਾਹ ਹਾਂ, ਬਿਨਾਂ ਕਾਰਨ ਤੁਸੀਂ ਸਾਨੂੰ ਫੜ ਕੇ ਬੰਦ ਕਰ ਲਿਆ, ਆ ਜਿਹੜੇ ਸੈਂਕੜੇ ਹੋਰ ਗਰੀਬ ਲੋਕ ਇੱਥੇ ਤੁਸੀਂ ਕੈਦ ਕੀਤੇ, ਇਹਨਾਂ ਨੇ ਦੱਸੋ ਕੀ ਗੁਨਾਹ ਕੀਤਾ ਹੈ? ਇਹਨਾਂ ਨੂੰ ਕਿਉਂ ਬੰਦ ਕੀਤਾ ਹੈ? ਇਹਨਾਂ ਨੂੰ ਕਿਉਂ ਬੰਦ ਕੀਤਾ ਹੈ? ਜੇ ਛੱਡਣਾ ਹੈ ਤੇ ਸਾਰਿਆਂ ਨੂੰ ਛੱਡੋ, ਨਹੀਂ ਤੇ ਜਿੱਥੇ ਇਹ ਗਰੀਬ ਰਹਿਣਗੇ, ਗੁਰੂ ਨਾਨਕ ਯਾਰ ਗਰੀਬਾਂ ਦਾ, ਨਾਨਕ ਵੀ ਇਹਨਾਂ ਦੇ ਨਾਲ ਹੀ ਰਹੇਗਾ, ਮੈਂ ਵੱਖਰਾ ਕੋਈ ਨਹੀਂ ਰਹਿਣਾ। ਵੇਖੋ ਸੰਸਾਰ ਅੰਦਰ ਹੁੰਦਾ ਕੀ ਹੈ, ਅਸੀਂ ਸਾਰੇ ਆਪਣੇ ਆਪਣੇ ਸੁੱਖ ਦੀ ਦੌੜ ਦੇ ਵਿੱਚ ਦੌੜਦੇ ਪਏ ਹਾਂ। ਮੈਂ ਚਾਹੁੰਦਾ ਹਾਂ ਮੈਨੂੰ ਸੁੱਖ ਚਾਹੀਦਾ ਹੈ, ਉਹ ਸੁੱਖ ਭਾਵੇਂ ਕਿਸੇ ਦੂਜੇ ਦੇ ਦੁੱਖ ਤੇ ਵੀ ਖੜਾ ਹੋਵੇ, ਕੋਈ ਪਰਵਾਹ ਨਹੀਂ ਹੈ। ਜੇ ਕਿਸੇ ਨੂੰ ਦੁੱਖ ਦੇ ਕੇ ਮੈਂ ਸੁਖੀ ਹੁੰਦਾ ਹਾਂ, ਬੰਦਾ ਕਹਿੰਦਾ ਮੈਂ ਸੁਖੀ ਹੋਣਾ ਚਾਹੀਦਾ। ਸੰਸਾਰ ਅੰਦਰ ਕੀ ਹੁੰਦਾ ਹੈ, ਇੱਥੇ ਵੇਖੋ ਕੈਸਾ ਹੈਰਾਨ ਕਰ ਦੇਣ ਵਾਲਾ ਵਰਤਾਰਾ ਹੈ। ਇੱਕ ਵਿਦਵਾਨ ਦੇ ਬੜੇ ਪਿਆਰੇ ਦੋ ਬੋਲ ਹਨ। ਉਹ ਕਹਿੰਦਾ, किसी के एक आंसू पे हजारों दिल धड़कते हैं, किसी का जिंदगी भर का रोना भी यूं निकल जाता है। ਆਪਾਂ ਅਕਸਰ ਟੀਵੀ ਵੇਖਦੇ, ਨਿਊਜ਼ ਵੇਖਦੇ, ਕੀ ਹੁੰਦਾ ਹੈ, ਕਈ ਵਾਰ ਕੋਈ ਇੱਕ ਸੈਲੀਬ੍ਰਿਟੀ ਹੈ, ਕੋਈ ਉਹਦੇ ਘਰ ਛੋਟੀ ਮੋਟੀ ਜਿਹੀ ਘਟਨਾ ਵਰਤ ਗਈ, ਕਿਸੇ ਦੀ ਮੌਤ ਹੋ ਗਈ, ਸਾਰਾ ਦਿਨ ਜਿੰਨੇ ਚੈਨਲ ਬਸ ਉਸੇ ਦੀ ਖਬਰ ਚੱਲਦੀ ਰਹਿੰਦੀ ਹੈ। ਕਿਸੇ ਇੱਕ ਦੇ ਛੋਟੇ ਜਿਹੇ ਇੱਕ ਦੁੱਖ ਨੂੰ ਇੰਨਾ ਵੱਡਾ ਬਣਾ ਕੇ ਵਿਖਾਇਆ ਜਾਂਦਾ ਹੈ, ਤੇ ਕਿਸੇ ਪਾਸੇ ਹਜ਼ਾਰਾਂ ਲੱਖਾਂ ਲੋਕ ਦੁੱਖ ਤੇ ਦੁੱਖਾਂ ਦੇ ਵਿੱਚ ਹੀ ਜ਼ਿੰਦਗੀ ਲੰਘ ਜਾਂਦੀ ਹੈ, ਉਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਹੈ। किसी के एक आंसू पे हजारों दिल धड़कते हैं, ਕਿਸੇ ਦੀ ਅੱਖ ਚੋਂ ਨਿਕਲੇ ਹੋਏ ਇੱਕ ਹੰਝੂ ਤੇ ਹਜ਼ਾਰਾਂ ਦੀ ਧੜਕਣ ਰੁਕ ਜਾਂਦੀ ਹੈ, ਤੇ ਕਿਸੇ ਦਾ ਜ਼ਿੰਦਗੀ ਭਰ ਕਾ ਰੋਣਾ ਵੀ ਜਿਉਂ ਨਿਕਲ ਜਾਂਦਾ, ਕਿਸੇ ਦੀ ਸਾਰੀ ਜ਼ਿੰਦਗੀ ਰੋਂਦਿਆਂ ਧੋਂਦਿਆਂ ਨਿਕਲਦੀ, ਕੋਈ ਪੁੱਛਦਾ ਤੱਕ ਨਹੀਂ ਹੈ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਮੈਂ ਇਹਨਾਂ ਗਰੀਬਾਂ ਦੇ ਨਾਲ ਖਲੋਤਾ ਹਾਂ, ਜੇ ਮੇਰਾ ਕੋਈ ਕਸੂਰ ਨਹੀਂ ਹੈ ਫਿਰ ਵੀ ਕੈਦ ਕਰ ਲਿਆ ਗਿਆ, ਕਸੂਰ ਇਹਨਾਂ ਦਾ ਵੀ ਕੋਈ ਨਹੀਂ ਹੈ, ਰਿਹਾ ਕਰਨਾ ਤੇ ਸਾਨੂੰ ਸਭ ਨੂੰ ਕਰੋ, ਨਹੀਂ ਤੇ ਜਿੱਥੇ ਗਰੀਬ ਉੱਥੇ ਗੁਰੂ ਨਾਨਕ ਇਹਨਾਂ ਦਾ ਸਾਥੀ। ਅਖੀਰ ਫਿਰ ਬਾਬਰ ਨੂੰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਝੁਕਣਾ ਪਿਆ। ਜਿੱਥੇ ਗੁਰੂ ਨਾਨਕ ਬਾਬਰ ਦੀ ਕੈਦ ਚੋਂ ਬਾਹਰ ਆਏ, ਉੱਥੇ ਹੋਰ ਜਿੰਨੇ ਗਰੀਬ ਸਨ, ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਉਹਨਾਂ ਦੀ ਵੀ ਰਿਹਾਈ ਕਰਾਈ। ਇਹ ਪਹਿਲੀ ਬੰਦੀ ਛੋੜ ਦੀ ਘਟਨਾ
ਗੁਰੂ ਕੇ ਇਤਿਹਾਸ ਦੇ ਵਿੱਚ ਵਰਤੀ ਸੀ ਐਮਨਾਬਾਦ ਵਿਖੇ। ਦੂਜੇ ਨੰਬਰ ਤੇ ਜਦੋਂ ਆਪਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰਦੇ ਹਾਂ, ਇਤਿਹਾਸ ਬੜਾ ਪਿਛਾਂ ਤੋਂ ਚੱਲਦਾ ਹੈ। ਕਈ ਵਾਰ ਅਸੀਂ ਇੱਕ ਦਿਨ ਦੀਆਂ ਘਟਨਾਵਾਂ ਨੂੰ ਵੇਖਦੇ ਹਾਂ, ਆਪਣੇ ਆਪਣੇ ਅੰਦਾਜ਼ੇ ਵਿਊ ਦੇਣੇ ਸ਼ੁਰੂ ਕਰ ਦਿੰਦੇ ਹਾਂ, ਜੀ ਇਦਾਂ ਨਹੀਂ ਹੋਣਾ ਚਾਹੀਦਾ ਸੀ, ਇਦਾਂ ਕਿਉਂ ਹੋ ਗਿਆ। ਪਰ ਅਸਲ ਦੇ ਵਿੱਚ ਕੋਈ ਵੀ ਘਟਨਾ ਵਰਤਦੀ ਹੈ, ਉਹਦੇ ਪਿੱਛੇ ਇੱਕ ਲੰਬਾ ਚੌੜਾ ਬੇਸ ਹੁੰਦਾ ਹੈ। ਗੱਲਾਂ ਅੱਗੇ ਤੋਂ ਅੱਗੇ ਵੱਧ ਕੇ ਕਿਸੇ ਸਿਖਰ ਤੱਕ ਪਹੁੰਚਦੀਆਂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ ਲਾਹੌਰ ਵਿਖੇ। ਇਤਿਹਾਸ ਆਪ ਜਾਣਦੇ ਹੋ। ਇੱਕ ਪਾਸੇ ਸਬਰ ਦੀ ਇੰਤਹਾ ਸੀ, ਇੱਕ ਪਾਸੇ ਜ਼ਬਰ ਦੀ ਇੰਤਹਾ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਏਦਾਂ ਸ਼ਹੀਦ ਕਰ ਦੇਣਾ, ਮਾਰ ਦੇਣਾ ਕੋਈ ਛੋਟੀ ਗੱਲ ਨਹੀਂ ਸੀ। ਕਰੋੜਾਂ ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੰਨਣ ਵਾਲੇ ਸਨ, ਪਰ ਫਿਰ ਵੀ ਜ਼ਾਲਮਾਂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਸਾਰਾ ਕੁਝ ਆਪਣੇ ਪਿੰਡੇ ਤੇ ਬਰਦਾਸ਼ਤ ਕਰਦਿਆਂ ਵੀ ਮੁਖੋਂ ਇਹ ਬੋਲ ਬੋਲਦੇ ਰਹੇ ਕਿ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਵਾਹਿਗੁਰੂ ਤੇਰਾ ਕੀਤਾ ਮਿੱਠਾ ਹੈ। ਪਰ ਇੱਕ ਬਚਨ ਅਖੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਰੂਰ ਉਹਨਾਂ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਕਿਹਾ ਕਿ ਵੇਖੋ, ਇੱਕ ਪਾਸੇ ਸਬਰ ਦੀ ਇੰਤਹਾ ਹੈ, ਇੱਕ ਪਾਸੇ ਜ਼ਬਰ ਦੀ ਇੰਤਹਾ ਹੈ। ਜੋ ਕੁਝ ਤੁਸੀਂ ਸਾਡੇ ਨਾਲ ਕਰ ਦਿੱਤਾ, ਇਦੋਂ ਵੱਧ ਹੋਰ ਕੋਈ ਜ਼ਬਰ ਕੀ ਕਰ ਸਕਦਾ। ਕਿਸੇ ਨੂੰ ਤੱਤੀ ਤਵੀ ਤੇ ਬਿਠਾ ਦੇਣਾ, ਇਦੋਂ ਵੱਧ ਕੋਈ ਜ਼ੁਲਮ ਕਿਸੇ ਤੇ ਕੀ ਕੀਤਾ ਜਾ ਸਕਦਾ ਹੈ। ਕਿਸੇ ਨੂੰ ਉਬਲਦੀ ਦੇਗ 'ਚ ਆਲੂ ਦੀ ਤਰ੍ਹਾਂ ਉਬਾਲ ਸੁੱਟਣਾ, ਇਦੋਂ ਵੱਧ ਕਿਸੇ ਦੇ ਨਾਲ ਅਸੀਂ ਕੀ ਟੌਰਚਰ ਕਰ ਲਵਾਂਗੇ। ਕਿਸੇ ਦੇ ਸਰੀਰ ਤੇ ਸੜਦੀ ਬਲਦੀ ਰੇਤ ਪਾ ਦੇਣੀ, ਇਦੋਂ ਵੱਡਾ ਤਸੀਹਾ ਹੋਰ ਕੀ ਹੋ ਸਕਦਾ ਹੈ। ਗੁਰੂ ਕਹਿਣ ਲੱਗੇ ਵੇਖੋ, ਤੁਸੀਂ ਜ਼ਬਰ ਦੀ ਇੰਤਹਾ ਕੀਤੀ ਹੈ, ਪਰ ਅਸੀਂ ਵੀ ਸਬਰ ਦੀ ਇੰਤਹਾ ਕੀਤੀ ਹੈ। ਤੱਤੀ ਤਵੀ ਨੂੰ ਜਰ ਲੈਣਾ ਕੋਈ ਸੌਖੀ ਗੱਲ ਨਹੀਂ ਹੈ। ਉਬਲਦੀ ਦੇਗ ਨੂੰ ਬਰਦਾਸ਼ਤ ਕਰ ਲੈਣਾ ਕੋਈ ਸੌਖੀ ਗੱਲ ਨਹੀਂ ਹੈ। ਪਿੰਡੇ ਤੇ ਸੜਦੀ ਬਲਦੀ ਰੇਤ ਪਵਾ ਲੈਣੀ ਕੋਈ ਸੌਖੀ ਗੱਲ ਨਹੀਂ ਹੈ। ਪਰ ਜ਼ਾਲਮ ਲੋਗੋ, ਏਦਾਂ ਨਾ ਸਮਝਣਾ ਕਿ ਤੁਸੀਂ ਰੋਜ਼-ਰੋਜ਼ ਏਦਾਂ ਹੀ ਕਰਦੇ ਰਹੋਗੇ ਤੇ ਅਸੀਂ ਏਦਾਂ ਹੀ ਤੱਤੀਆਂ ਤਵੀਆਂ ਤੇ ਬਹਿੰਦੇ ਰਵਾਂਗੇ। ਤੁਹਾਡੇ ਜ਼ੁਲਮ ਦੀ ਇੰਤਹਾ ਹੈ, ਜ਼ਬਰ ਦੀ ਇੰਤਹਾ ਹੈ, ਸਾਡੇ ਸਬਰ ਦੀ ਇੰਤਹਾ ਹੈ। ਮੇਰੀ ਸਦਾ ਕੋ ਦਬਾਨਾ ਮੁਨਕਨ ਹੈ, बदलते वक्त की रफ्तार कौन रोकेगा। मेरे ख्यालों के परवाज को रोकने वालों हरगोबिंद की तलवार कौन रोके। असी वेखांगे गुरु हरगोबिंद की तलवार सामने तुहाडे चों कौन खलोण दी हिम्मत करदा है। गुरु अर्जन साहब की शहादत हो गई। जिथे डुलदा खून शहीदां दा तकदीर बदलदी कौमां दी। शहीद दे शरीर दा डुलिया होया खून दा एक एक कतरा कौमां दे अंदर एक नवी क्रांति लियाउंदा है। और वो क्रांति गुरु अर्जन देव महाराज जी की शहादत तो बाद आई। हकूमत की सोच सी ये शहादत सिखां दे अंदर घबराहट ते डर पैदा कर देवेगी, पर इस शहादत ने सिख पंथ दे अंदर एक नवा चाह, नवा उत्साह ते मर मिटण दा जज्बा पैदा कर दिता। क्योंकि गुरु ने जीउणा भी सिखा दिता सी, गुरु ने मरना भी सिखा दिता। गुरु हरगोबिंद साहब ने 11 सालां दी उम्र सी उन्हां दी, मीरी पीरी दियां शमशीरां पहन लईआं, अकाल तख्त की रचना की, फौजां रखियां, घोड़ सवारी की, शिकार कीते। पर एक जिहड़ी उन्हां दी सब तो वड्डी वडियाई, उन्हां दे कोल फौज जरूर सी, शस्त्र हथियार सन, पर गुरु ने वेखो किसे ते अटैक नहीं जे कीता। फौजां रखियां डिफेंस दे लई, अटैक दे लई नहीं कि कल नूं कोई जालम हमलावर चढ़ के आउंदा है उहदा मुकाबला किया जाएगा। असी किसे ते हमला करके कोई दिली नहीं जितनी है। गुरु घर दे जिहड़े विरोधी लोग सन, खास तौर ते जिन्हां ने गुरु अर्जन देव महाराज जी नूं शहीद करवाउण दे विच वड्डा रोल अदा कीता सी, चुगलियां शिकायतां कीतियां सन, उन्हां दे मन च बड़ा डर सी कि जे गुरु हरगोबिंद साहब दे हथ आ गए, गुरु दियां फौजां दे हथ आ गए, उन्हां बख्शना कोई नहीं है। इस करके उन्हां ने एक ऐसा ताना बाणा बुनिया कि जिद्दां गुरु अर्जन साहब नूं खत्म करवाया,
ਇਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਖਤਮ ਕਰਵਾ ਦਿਓ, ਗੱਲ ਹੀ ਮੁੱਕ ਜਾਏਗੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵਿਰੁੱਧ ਜਹਾਂਗੀਰ ਬਾਦਸ਼ਾਹ ਦੇ ਕੋਲ ਬੜੀਆਂ ਚੁਗਲੀਆਂ ਕੀਤੀਆਂ ਗਈਆਂ, ਬੜੇ ਕੰਨ ਭਰੇ ਗਏ ਜੀ। ਉਹਦੀਆਂ ਫੌਜਾਂ ਤੇ ਕੱਲ ਨੂੰ ਦਿੱਲੀ ਜਿੱਤ ਸਕਦੀਆਂ ਨੇ, ਬਹੁਤ ਕੁਝ ਉਹਨਾਂ ਨੇ ਕਿਹਾ। ਇੱਕ ਪਾਸੇ ਵੇਖੋ ਚੁਗਲੀਆਂ ਕਰਨ ਵਾਲੇ, ਭੜਕਾਉਣ ਵਾਲੇ, ਉਹ ਆਪਣਾ ਕੰਮ ਕਰ ਰਹੇ ਸਨ, ਪਰ ਇੱਕ ਬੜਾ ਨੇਕ ਦਿਲ ਵਿਅਕਤੀ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਦਾ ਦਰਬਾਰੀ ਸੀ ਤੇ ਬਾਦਸ਼ਾਹ ਦਾ ਮੁੱਖ ਸਲਾਹਕਾਰ ਸੀ। ਉਹਦਾ ਨਾਮ ਹੈ ਵਜ਼ੀਰ ਖਾਨ। ਇੱਕ ਤੇ ਵਜ਼ੀਰ ਖਾਨ ਉਹ ਹੈ ਨਾ ਸਰਹੰਦ ਵਾਲਾ ਵਜ਼ੀਰ ਖਾਨ, ਇਹ ਉਹਦੇ ਤੋਂ ਬਿਨਾਂ ਹੈ, ਇਹਦਾ ਨਾਮ ਵੀ ਵਜ਼ੀਰ ਖਾਨ ਸੀ। ਬੜਾ ਨੇਕ ਬੰਦਾ ਸੀ, ਹੈ ਮੁਸਲਮਾਨ ਸੀ, ਗੁਰੂ ਘਰ ਦੀ ਵਡਿਆਈ ਬੜੀ ਚੰਗੀ ਤਰ੍ਹਾਂ ਜਾਣਦਾ ਸੀ। ਅਕਸਰ ਜਹਾਂਗੀਰ ਨੂੰ ਗੁਰੂ ਘਰ ਦੀ ਵਡਿਆਈ ਬਾਰੇ ਸਮਝਾਉਂਦਾ ਰਹਿੰਦਾ ਸੀ ਕਿ ਠੀਕ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਗਈ, ਜੋ ਹੋਣਾ ਸੀ ਹੋ ਗਿਆ, ਪਰ ਦੁਬਾਰਾ ਪਰਤ ਕੇ ਇਦਾਂ ਦੀ ਭੁੱਲ ਰਿਪੀਟ ਨਾ ਕਰੀ। ਉਹਨੇ ਗੁਰੂ ਘਰ ਦੀ ਵਡਿਆਈ ਬਾਰੇ ਦੱਸਣਾ, ਚੁਗਲਖੋਰਾਂ ਨੇ ਚੁਗਲੀਆਂ ਕਰਨੀਆਂ। ਅਖੀਰ ਗੱਲ ਇੱਥੇ ਪਹੁੰਚ ਗਈ ਕਿ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਬਹੁਤ ਕੁਝ ਕਹਿਣ ਵਾਲੇ ਕਹਿੰਦੇ ਪਏ ਨੇ, ਤੁਸੀਂ ਦਿੱਲੀ ਆ ਕੇ ਤੇ ਗੁਰੂ ਘਰ ਦਾ ਪੱਖ ਦੱਸੋ, ਕੀ ਸਹੀ ਹੈ ਕੀ ਗਲਤ ਹੈ। ਤੁਸੀਂ ਆਓ ਆਪਾਂ ਗੱਲਬਾਤ ਕਰਦੇ ਹਾਂ, ਸਾਰੇ ਸ਼ੰਕੇ ਵਿੱਚੋਂ ਨਿਕਲ ਜਾਣਗੇ। ਵਡਿਆਈ ਦੱਸਣ ਵਾਲੇ ਵੀ ਹੋਰ ਹਨ, ਚੁਗਲੀਆਂ ਕਰਨ ਵਾਲੇ ਵੀ ਹੋਰ ਹਨ। ਜਦੋਂ ਆਮਣੇ ਸਾਹਮਣੇ ਬੈਠਾਂਗੇ ਜੋ ਵੀ ਮਤਭੇਦ ਹੈ ਸੁਲਝਾ ਲਏ ਜਾਣਗੇ। ਤੇ ਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਗਏ ਹਨ। ਦਿੱਲੀ ਗਏ, ਬਾਦਸ਼ਾਹ ਦੇ ਨਾਲ ਮੁਲਾਕਾਤ ਮਹਾਰਾਜ ਜੀ ਦੀ ਹੋਈ। ਸਤਿਗੁਰਾਂ ਨੂੰ ਮਿਲ ਕੇ ਗੁਰੂ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਕੇ ਜਹਾਂਗੀਰ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ, ਬੜਾ ਪ੍ਰਭਾਵਿਤ ਹੋਇਆ। ਜੋ ਕਰੀਬਨ ਉਹਦੇ ਮਨ 'ਚ ਸ਼ੰਕੇ ਸਨ, ਮਹਾਰਾਜ ਨੇ ਗੁਰੂ ਘਰ ਦਾ ਪੱਖ ਉਹਨੂੰ ਦੱਸਿਆ। ਉਦੋਂ ਬਾਅਦ ਇਤਿਹਾਸ ਕਹਿੰਦਾ ਹੈ ਕਿ ਜਹਾਂਗੀਰ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਮਿੱਤਰਤਾ ਵੀ ਬਣ ਗਈ ਤੇ ਬਾਦਸ਼ਾਹ ਨੇ ਆਪਣੇ ਕਿਸੇ ਰਾਜਸੀ ਕੰਮ ਦੇ ਲਈ ਆਗਰੇ ਜਾਣਾ ਸੀ। ਮਹਾਰਾਜ ਨੂੰ ਕਹਿਣ ਲੱਗਾ, ਮੈਂ ਆਗਰੇ ਚੱਲਿਆ ਹਾਂ, ਤੁਸੀਂ ਵੀ ਮੇਰੇ ਨਾਲ ਚੱਲੋ। ਗੁਰੂ ਮਹਾਰਾਜ ਵੀ ਸਿੱਖਾਂ ਸਮੇਤ ਆਗਰੇ ਚਲੇ ਗਏ। ਉੱਥੇ ਹੀ ਉਹ ਘਟਨਾ ਵਰਤੀ ਸੀ ਜਿਹੜੀ ਆਪ ਜੀ ਨੇ ਬੜੀ ਵਾਰ ਸੁਣੀ ਹੋਏਗੀ ਕਿ ਗਰੀਬ ਘਾਈ ਘਾਹ ਦੀਆਂ ਪੰਡਾਂ ਲੈ ਕੇ ਆਇਆ ਸੀ ਤੇ ਇੱਕ ਟਕਾ ਸੀ, ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨਾ ਸੀ ਤੇ ਬਾਦਸ਼ਾਹ ਦੇ ਤੰਬੂ 'ਚ ਚਲਾ ਗਿਆ ਸੀ। ਉਹ ਸਮਾਂ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੇ ਜਹਾਂਗੀਰ ਦੀ ਮਿੱਤਰਤਾ ਸੀ, ਨੇੜਤਾ ਸੀ। ਪਰ ਜਿਹੜੇ ਗੁਰੂ ਘਰ ਦੇ ਵਿਰੋਧੀ ਲੋਕ ਸਨ, ਉਹ ਨਹੀਂ ਸੀ ਚਾਹੁੰਦੇ ਕਿ ਇਹ ਮਿੱਤਰਤਾ ਬਣੀ ਰਵੇ, ਕਿਉਂਕਿ ਉਹਨਾਂ ਨੂੰ ਆਪਣਾ ਖਤਰਾ ਸੀ ਕਿ ਸਾਡੀਆਂ ਗੱਲਾਂ ਨਾ ਬਾਹਰ ਨਿਕਲ ਆਉਣ। ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਐਸਾ ਚੱਕਰ ਘਮਾਇਆ, ਬਾਦਸ਼ਾਹ ਨੂੰ ਐਸਾ ਫਰਮਾਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜ ਕੇ ਹੀ ਇਹ ਟਿਕੇ। ਵੇਖੋ, ਇੱਕ ਸਾਡੀ ਪੰਜਾਬੀ ਦੀ ਕਹਾਵਤ ਹੈ ਨਾ, ਚੁਗਲਖੋਰ ਨਾ ਚੁਗਲੀਓਂ ਬਾਜ ਰਹਿੰਦੇ, ਤੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਜਿਨ੍ਹਾਂ ਦਾ ਸੁਭਾਅ ਹੀ ਇਹ ਹੋਵੇ ਨਾ, ਵੇਖੋ ਜ਼ਾਲਮ ਬੰਦਾ, ਉਹਦੇ ਜ਼ੁਲਮ ਦੀ ਕੋਈ ਸੀਮਾ ਨਹੀਂ ਹੁੰਦੀ ਹੈ, ਉਹ ਜ਼ੁਲਮ ਦੇ ਲਈ ਕਿਸੇ ਵੀ ਇੰਤਹਾ ਤੱਕ ਪਹੁੰਚ ਸਕਦਾ ਹੈ। ਬੁਰੇ ਬੰਦੇ ਦੀ ਬੁਰਾਈ ਦੀ ਕੋਈ ਸੀਮਾ ਨਹੀਂ ਹੈ। ਉਹਨਾਂ ਨੇ ਐਸੀਆਂ ਕਹਾਣੀਆਂ ਬਣਾਈਆਂ, ਐਸੀਆਂ ਵਿਉਂਤਾਂ ਬਣਾਈਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਭੇਜ ਹੀ ਦਿੱਤਾ। ਉੱਥੇ ਇਤਿਹਾਸ ਕਹਿੰਦਾ ਹੈ, ਇੱਕ ਤੇ ਕਿਲੇ ਦਾ ਜਿਹੜਾ ਉੱਥੇ ਮੁੱਖ ਕੁਤਵਾਲ ਸੀ, ਕਿਲੇਦਾਰ ਸੀ, ਉਹ ਸੀ ਹਰਦਾਸ। ਉਹ ਵੀ ਗੁਰੂ ਘਰ ਦਾ ਸ਼ਰਧਾਲੂ ਸੀ, ਗੁਰੂ ਹਰਗੋਬਿੰਦ ਸਾਹਿਬ ਦਾ। ਉਹਦੇ ਤੋਂ ਬਿਨਾਂ ਉੱਥੇ 52 ਦੇ ਕਰੀਬ ਹੋਰ ਜੰਗੀ ਕੈਦੀ ਸਨ। ਉਹ ਜੰਗੀ ਕੈਦੀ ਦਾ ਭਾਵ ਹੁੰਦਾ ਹੈ ਜਿਨ੍ਹਾਂ ਛੋਟੀਆਂ ਵੱਡੀਆਂ ਰਿਆਸਤਾਂ ਤੇ ਬਾਦਸ਼ਾਹ ਨੇ ਹਮਲਾ ਕਰਕੇ ਰਿਆਸਤਾਂ ਜਿੱਤੀਆਂ ਤੇ ਉਥੋਂ ਦੇ ਰਾਜਿਆਂ ਨੂੰ ਫੜ ਕੇ ਕੈਦ ਕਰ ਲਿਆ। ਇਹ 52 ਰਾਜੇ ਸਨ। ਇਹਨਾਂ ਦਾ ਜੀਣਾ ਬੜਾ ਬੇਹਾਲ ਸੀ। ਜਦੋਂ ਮਹਾਰਾਜ ਉੱਥੇ ਗਏ, ਉਹਨਾਂ ਨੂੰ ਗੁਰੂ ਮਹਾਰਾਜ ਜੀ ਦੀ ਸੰਗਤ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਰਹਿ ਕੇ ਬੜਾ ਆਨੰਦ ਆਇਆ। ਉਹਨਾਂ ਦਾ ਨਰਕ ਵਰਗਾ ਜੀਵਨ ਗੁਰੂ ਕੇ ਉੱਥੇ ਆਉਣ ਦੇ ਨਾਲ ਸਵਰਗ ਵਰਗਾ ਜੀਵਨ ਬਣ ਗਿਆ। ਇਧਰ ਗੁਰੂ ਘਰ ਦਾ ਇੱਕ ਹੋਰ ਸ਼ਰਧਾਲੂ ਹੈ, ਸਾਈਂ ਮੀਆਂ ਮੀਰ, ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਤੇ ਜਹਾਂਗੀਰ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੀ, ਅਦਬ ਕਰਦਾ ਸੀ।
ਜਦੋਂ ਸਾਈਂ ਮੀਆਂ ਮੀਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਬਾਦਸ਼ਾਹ ਨੇ ਤੇ ਆਹ ਭਾਣਾ ਵਰਤਾ ਦਿੱਤਾ, ਗੁਰੂ ਮਹਾਰਾਜ ਨੂੰ ਤੇ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ, ਉਹਨੇ ਫਿਰ ਜਾ ਕੇ ਜਹਾਂਗੀਰ ਨੂੰ ਗੁਰੂ ਮਹਾਰਾਜ ਜੀ ਦੇ ਬਾਰੇ ਸਮਝਾਇਆ, ਜਹਾਂਗੀਰ ਨੂੰ ਉਹਦੀ ਭੁੱਲ ਦਾ ਅਹਿਸਾਸ ਕਰਵਾਇਆ। ਇੱਥੋਂ ਤੱਕ ਇਤਿਹਾਸ ਕਹਿੰਦਾ ਹੈ ਕਿ ਜਹਾਂਗੀਰ ਉਸ ਵਕਤ ਦਿੱਲੀ ਸੀ ਤੇ ਇਹਨੂੰ ਡਰਾਉਣੇ ਬੜੇ ਸੁਪਨੇ ਬੜੇ ਡਰਾਉਣੇ ਆਇਆ ਕਰਦੇ ਸਨ। ਸਾਰੀ ਸਾਰੀ ਰਾਤ ਇਹ ਬੇਚੈਨੀ ਦੇ ਨਾਲ ਕੱਟਦਾ ਸੀ। ਤੇ ਸਾਈਂ ਮੀਆਂ ਮੀਰ ਕਹਿਣ ਲੱਗੇ, ਖੁਦਾ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕਰਕੇ ਤੂੰ ਚੈਨ ਦੀ ਨੀਂਦ ਕਿੱਦਾਂ ਸੌਂ ਸਕਦਾ ਹੈ? ਜੇ ਭਲਾ ਚਾਹੁੰਦਾ ਹੈ ਨਾ, ਉਹਨਾਂ ਨੂੰ ਬਾਹਰ ਕਰ ਤੇ ਉਹਨਾਂ ਕੋਲੋਂ ਹੋਈ ਭੁੱਲ ਦੀ ਖਿਮਾ ਮੰਗ। ਜਹਾਂਗੀਰ ਨੂੰ ਆਪਣੀ ਭੁੱਲ ਦੀ ਸਮਝ ਆਈ। ਉਹਨੇ ਵਜ਼ੀਰ ਖਾਨ, ਉਹ ਜਿਹੜਾ ਗੁਰੂ ਘਰ ਦਾ ਪੱਖ ਦੱਸਣ ਵਾਲਾ ਉਹਦਾ ਦਰਬਾਰੀ ਸੀ, ਉਹਨੂੰ ਹੀ ਭੇਜਿਆ ਕਿ ਜਾਓ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਕਹੋ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਹੈ, ਮੈਂ ਚੁਗਲਖੋਰਾਂ ਦੇ ਕਹਿਣ ਤੇ ਇਹ ਕਾਰਾ ਕਰ ਬੈਠਾ ਹਾਂ, ਮਹਾਰਾਜ ਮਿਹਰ ਕਰੋ, ਗਵਾਲੀਅਰ ਦੇ ਕਿਲੇ 'ਚੋਂ ਬਾਹਰ ਆਵੋ, ਦਿੱਲੀ ਆ ਕੇ ਦਰਸ਼ਨ ਬਖਸ਼ੋ। ਜਦੋਂ ਵਜ਼ੀਰ ਖਾਨ ਉੱਥੇ ਪਹੁੰਚਿਆ, ਰਾਜਿਆਂ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਜੀ ਦੀ ਰਿਹਾਈ ਦੇ ਲਈ ਆਇਆ ਹੈ। ਵਜ਼ੀਰ ਖਾਨ ਬਾਦਸ਼ਾਹ ਦਾ ਦਰਬਾਰੀ, ਉਹਨਾਂ ਨੇ ਮਹਾਰਾਜ ਜੀ ਦੇ ਚਰਨ ਫੜ ਲਏ, ਸਤਿਗੁਰੂ ਜੇ ਤੁਸੀਂ ਚਲੇ ਗਏ ਸਾਡਾ ਤੇ ਜੀਵਨ ਇੱਥੇ ਹੀ ਖੱਪ ਜਾਣਾ, ਅਸੀਂ ਤੇ ਇੱਥੇ ਹੀ ਮੁੱਕ ਜਾਵਾਂਗੇ, ਸਾਨੂੰ ਤੇ ਪੁੱਛਣਾ ਕਿਸੇ ਨੇ ਨਹੀਂ ਹੈ, ਕੁਝ ਸਾਡੇ ਬਾਰੇ ਵੀ ਸੋਚੋ, ਸਾਡੇ ਤੇ ਵੀ ਮਿਹਰ ਤਰਸ ਕਰੋ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਸੁਨੇਹਾ ਬਾਦਸ਼ਾਹ ਵਾਲੇ ਪਾਸੇ ਭੇਜਿਆ ਕਿ ਅਸੀਂ ਇਕੱਲਿਆਂ ਹੁਣ ਗਵਾਲੀਅਰ ਦੇ ਕਿਲੇ 'ਚੋਂ ਬਾਹਰ ਨਹੀਂ ਆਉਣਾ, ਇਹਨਾਂ ਨੇ ਸਾਡਾ ਲੜ ਪਕੜ ਲਿਆ ਹੈ, ਇਹ ਗੁਰੂ ਨਾਨਕ ਦੇ ਘਰ ਦੀ ਸ਼ਰਨ 'ਚ ਆ ਗਏ ਹਨ। ਤੇ ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਹੈ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ, ਜਿਹਨੂੰ ਆਪਾਂ ਕਹਿੰਦੇ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਂਹ ਨਾ ਛੋੜੀਆ। ਗੁਰੂ ਜੀ ਦੀ ਬਾਂਹ ਫੜ ਲੈਂਦੇ ਹਨ ਨਾ, ਫਿਰ ਉਹ ਬਾਂਹ ਛੱਡਦੇ ਨਹੀਂ ਹਨ। ਬਾਦਸ਼ਾਹ ਮਹਾਰਾਜ ਵੱਲ ਸੁਨੇਹਾ ਭੇਜਦਾ, ਮਹਾਰਾਜ ਇਹ ਜੰਗੀ ਕੈਦੀ ਹਨ, ਰਾਜੇ ਹਨ, ਆਮ ਕੈਦੀ ਹੁੰਦੇ, ਮੈਂ ਛੱਡ ਦਿੰਦਾ, ਇਹਨਾਂ ਨੂੰ ਛੱਡਣਾ ਬੜਾ ਔਖਾ ਹੈ, ਇਹ ਅੱਜ ਮੈਂ ਇਹਨਾਂ ਨੂੰ ਛੱਡ ਦਿੰਦਾ ਹਾਂ, ਕੱਲ ਨੂੰ ਇਹ ਬਾਹਰ ਆ ਕੇ ਇਕੱਠੇ ਹੋ ਕੇ ਵੱਡੀ ਫੌਜ ਆਪਣੀ ਪੈਦਾ ਕਰਕੇ ਤਿਆਰ ਕਰਕੇ ਮੇਰੇ ਵਿਰੁੱਧ ਬਗਾਵਤ ਕਰ ਦੇਣ ਤੇ ਫਿਰ ਕੀ ਬਣੇਗਾ? ਮੇਰਾ ਤੇ ਰਾਜ ਭਾਗ ਜਾ ਸਕਦਾ ਹੈ, ਦੋ ਚਾਰ ਹੁੰਦੇ ਫਿਰ ਵੀ ਗੱਲ ਵੱਖਰੀ, 52 52 ਕੋਈ ਸੌ ਥੋੜੇ ਆ। ਮਹਾਰਾਜ ਕਹਿਣ ਲੱਗੇ, ਅਸੀਂ ਵਿੱਚ ਜ਼ਿੰਮੇਵਾਰੀ ਸਾਰੀ ਲੈਂਦੇ ਹਾਂ, ਤੁਸੀਂ ਸਾਡੇ ਕਹਿਣ ਤੇ ਰਾਜਿਆਂ ਨੂੰ ਰਿਹਾ ਕਰੋ, ਇਹਨਾਂ ਚੋਂ ਇੱਕ ਵੀ ਰਾਜਾ ਹਕੂਮਤ ਵਿਰੁੱਧ ਤੁਹਾਡੇ ਵਿਰੁੱਧ ਬਗਾਵਤ ਨਹੀਂ ਕਰੇਗਾ, ਜ਼ਿੰਮੇਵਾਰੀ ਵਿੱਚ ਸਾਡੀ ਰਹੀ। ਉਹ ਫਿਰ ਅਖੀਰ ਗੱਲ ਇੱਥੇ ਪਹੁੰਚੀ ਜੀ, ਜਿੰਨੇ ਤੁਹਾਡੇ ਚੋਲੇ ਦਾ ਦਾਮਨ ਫੜ ਕੇ ਬਾਹਰ ਨਿਕਲ ਜਾਣਗੇ ਉਹਨਾਂ ਨੂੰ ਰਿਹਾ ਕਰ ਦੇਵਾਂਗਾ। ਤੇ 52 ਕਲੀਆਂ ਵਾਲਾ ਚੋਲਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਵਾਇਆ, ਤੇ ਜਿਹੜੇ 52 ਰਾਜੇ ਉੱਥੇ ਗਵਾਲੀਅਰ ਦੇ ਕਿਲੇ 'ਚ ਬੰਦ ਸਨ, ਸਤਿਗੁਰੂ ਨੇ ਮਿਹਰ ਕਰਕੇ ਸਾਰੇ ਦੇ ਸਾਰੇ ਰਾਜਿਆਂ ਨੂੰ ਰਿਹਾਈ ਬਖਸ਼ ਦਿੱਤੀ, ਸਾਰਿਆਂ ਨੂੰ ਬੰਦੀ ਤੋਂ ਸਤਿਗੁਰੂ ਨੇ ਮੁਕਤ ਕੀਤਾ। ਇਸੇ ਕਰਕੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਉਚੇਚੇ ਤੌਰ ਤੇ ਬੰਦੀ ਛੋੜ ਸਤਿਗੁਰੂ ਕਹਿੰਦੇ ਹਾਂ। ਵੇਖੋ, ਭਾਵੇਂ ਗੁਰੂ ਨਾਨਕ ਜੀ ਨੇ ਰਿਹਾ ਕਰਵਾਏ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਨੇ, ਇੱਕ ਵੇਖੋ ਦੋਵਾਂ ਸਮਿਆਂ ਦੇ ਵਿੱਚ ਆਪਸ਼ਨ ਸੀ। ਗੁਰੂ ਨਾਨਕ ਜੀ ਵੀ ਚਾਹੁੰਦੇ ਤੇ ਇਕੱਲੇ ਨਿਕਲ ਸਕਦੇ ਸਨ, ਗੁਰੂ ਹਰਗੋਬਿੰਦ ਸਾਹਿਬ ਵੀ ਚਾਹੁੰਦੇ ਤੇ ਇਕੱਲੇ ਨਿਕਲ ਸਕਦੇ ਸਨ। ਪਰ ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਆਪਣੇ ਲਈ ਨਹੀਂ ਜਿਉਂਦੇ ਹਨ, ਗੁਰੂ ਤੇ ਸਭ ਦੇ ਲਈ ਜਿਉਂਦੇ ਹਨ। ਗੁਰੂ ਕੇਵਲ ਆਪਣੇ ਪਰਿਵਾਰ ਨੂੰ ਹੀ ਆਪਣਾ ਪਰਿਵਾਰ ਨਹੀਂ ਕਹਿੰਦੇ, ਗੁਰੂ ਤੇ ਕਹਿੰਦੇ ਹਨ ਕਿ ਸਾਰਾ ਸੰਸਾਰ ਹੀ ਮੇਰਾ ਪਰਿਵਾਰ ਹੈ। ਟੂਟੀ ਗਾਂਢਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਾਨੂੰ ਕਿਹਦੀ ਚਿੰਤਾ ਹੁੰਦੀ ਹੈ? ਆਪਣੀ ਚਿੰਤਾ ਆਪਣੇ ਬੱਚਿਆਂ ਦੀ, ਪਰਿਵਾਰ ਦੀ, ਆਪਣਿਆਂ ਦੀ ਚਿੰਤਾ, ਬਾਕੀਆਂ ਦੀ ਨਹੀਂ। ਪਰ ਗੁਰੂ ਦੀ ਵਡਿਆਈ ਕੀ ਹੈ? ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਹੀਂ। ਗੁਰੂ ਸਭ ਦੀ ਚਿੰਤਾ ਕਰਦੇ ਹਨ, ਹਰ ਇੱਕ ਦੀ ਚਿੰਤਾ ਕਰਦੇ ਹਨ। ਪਰ ਗੱਲ ਇਹ ਹੈ ਕਿ ਅਸੀਂ ਗੁਰੂ ਦੇ ਚਰਨ ਤਾਂ ਫੜੀਏ, ਗੁਰੂ ਦਾ ਲੜ ਤਾਂ ਫੜੀਏ। ਗੁਰੂ ਤਾਂ ਹੀ ਸਾਨੂੰ ਬਾਹਰ ਕਰਨਗੇ ਜੇ ਅਸੀਂ ਗੁਰੂ ਦਾ ਲੜ ਫੜਿਆ ਹੈ।
ਜੇ ਅਸੀਂ ਗੁਰੂ ਦਾ ਲਾੜੀ ਨਹੀਂ ਫੜਿਆ ਹੈ ਤੇ ਫਿਰ ਤਾਂ ਗੱਲ ਬਣਨੀ ਕੋਈ ਨਹੀਂ ਹੈ। ਅਸੀਂ ਵੀ ਕਿੰਨੇ ਅਵਗਣਾ, ਵਿਕਾਰਾਂ, ਪਾਪਾਂ, ਨਿੰਦਿਆ, ਚੁਗਲੀ, ਈਰਖਾ, ਦਵੈਸ਼, ਪਤਾ ਨਹੀਂ ਕਿਹੜੀਆਂ ਕਿਹੜੀਆਂ ਬੁਰਾਈਆਂ ਦੀ ਕੈਦ ਦੇ ਵਿੱਚ ਬੱਝੇ ਪਏ ਹਾਂ। ਹੋ ਸਕਦਾ ਜੇ ਗੁਰੂ ਦਾ ਲੜ ਨਾ ਫੜਿਆ, ਇਸੇ ਕੈਦ ਦੇ ਵਿੱਚ ਹੀ ਸਾਡੀ ਸਾਰੀ ਦੀ ਸਾਰੀ ਜ਼ਿੰਦਗੀ ਲੰਘ ਜਾਏ ਤੇ ਇਹ ਸਾਨੂੰ ਮਿੱਠੀ ਜੇਲ੍ਹ ਦਾ ਪਤਾ ਹੀ ਨਾ ਲੱਗੇ ਕਿ ਅਸੀਂ ਕੈਦ 'ਚ ਫਸੇ। ਪਰ ਮੁਕਤ ਹੋਈਏ ਇਹਨਾਂ ਬੁਰਾਈਆਂ ਤੋਂ, ਅਵਗਣਾ ਤੋਂ। ਅੱਜ ਦੇ ਬੰਦੀ ਛੋੜ ਦਿਵਸ ਤੇ ਗੁਰੂ ਅੱਗੇ ਇਹ ਅਰਦਾਸ ਕਰੀਏ, ਸਤਿਗੁਰੂ ਜਿਵੇਂ ਉਹਨਾਂ ਨੂੰ ਬੰਦੀ ਤੋਂ ਮੁਕਤ ਕਰਵਾਇਆ, ਮਿਹਰ ਕਰੋ ਅਸੀਂ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਦਵੈਸ਼, ਇਹਨਾਂ ਅਵਗਣਾ ਦੇ ਬੰਦਸ਼ ਦੇ ਵਿੱਚ ਬੱਝੇ ਪਏ ਹਾਂ। ਮਿਹਰ ਕਰੋ ਸਾਨੂੰ ਵੀ ਇਹਨਾਂ ਬੰਧਨਾਂ ਤੋਂ ਮੁਕਤ ਕਰਾਓ। ਜਿਵੇਂ ਸਾਰਿਆਂ ਦੀ ਚਿੰਤਾ ਹੈ ਤੁਹਾਨੂੰ, ਸਾਡੀ ਵੀ ਚਿੰਤਾ ਕਰੋ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ। ਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸ਼ੀ ਪ੍ਰਭ ਆਪੇ ਆਪ। ਮਹਾਰਾਜ ਕਹਿੰਦੇ ਹੈ ਮੇਰੇ ਮਨਾ ਸਦਾ ਸਦਾ ਐਸੇ ਮਾਲਕ ਦਾ ਜਪ ਕਰ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬੜੀਆਂ ਵਡਿਆਈਆਂ। ਉਹਨਾਂ ਨੂੰ ਰਿਹਾ ਕਰਵਾ ਕੇ ਮਹਾਰਾਜ ਪਹਿਲਾਂ ਦਿੱਲੀ ਪਹੁੰਚੇ ਸਨ। ਦਿੱਲੀ ਤੋਂ ਬਾਅਦ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਤੇ ਫਿਰ ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਸੰਗਤ ਨੇ ਬੜੇ ਚਾਅ, ਬੜੇ ਉਤਸ਼ਾਹ ਦੇ ਨਾਲ, ਕਿਉਂਕਿ ਇੱਕ ਡਰ ਵੀ ਪੈਦਾ ਹੋ ਗਿਆ ਸੀ। ਗੁਰੂ ਅਰਜਨ ਦੇਵ ਮਹਾਰਾਜ ਗਏ ਸਨ, ਭਾਣਾ ਵਰਤ ਗਿਆ, ਸ਼ਹਾਦਤ ਹੋ ਗਈ, ਵਾਪਸ ਅੰਮ੍ਰਿਤਸਰ ਨਹੀਂ ਆ ਸਕੇ। ਤੇ ਜਦੋਂ ਇੱਧਰ ਘਟਨਾਵਾਂ ਵਰਤ ਰਹੀਆਂ ਸਨ, ਗੁਰੂ ਹਰਗੋਬਿੰਦ ਸਾਹਿਬ ਦਾ ਕਿਲੇ 'ਚ ਚਲੇ ਜਾਣਾ, ਬਹੁਤ ਕੁਝ ਹੋਰ ਵਰਤਣਾ, ਤੇ ਸੰਗਤਾਂ ਦੇ ਮਨ 'ਚ ਡਰ, ਤੌਖਲੇ ਬਣ ਰਹੇ ਸਨ ਕਿ ਪਤਾ ਨਹੀਂ ਕੀ ਬਣੇਗਾ। ਗੁਰੂ ਹਰਗੋਬਿੰਦ ਸਾਹਿਬ ਦੇ ਪਰਤ ਕੇ ਦਰਸ਼ਨ ਨਸੀਬ ਹੋਣਗੇ ਕਿ ਨਹੀਂ ਹੋਣਗੇ। ਪਰ ਜਦੋਂ ਸਾਰਾ ਕੁਝ ਮੁੱਕਿਆ, ਗੁਰੂ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਉਹ ਜਿਹੜਾ ਸੰਗਤ ਦੇ ਮਨ 'ਚ ਚਾਅ ਸੀ, ਉਤਸ਼ਾਹ ਸੀ ਨਾ, ਉਹਨੂੰ ਸ਼ਬਦਾਂ, ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਉਹਨੂੰ ਬਿਆਨ ਨਹੀਂ ਕੀਤਾ। ਇੰਨਾ ਚਾਅ, ਇੰਨਾ ਉਤਸ਼ਾਹ, ਇੰਨੀ ਖੁਸ਼ੀ ਅੰਮ੍ਰਿਤਸਰ ਸਾਹਿਬ ਦੀਆਂ ਸਿੱਖ ਸੰਗਤਾਂ ਦੇ ਵਿੱਚ ਸੀ ਕਿ ਬਸ ਕਹਿਣ ਤੋਂ ਹੀ ਬਾਹਰ। ਤੇ ਅੱਜ ਵੀ ਉਸੇ ਚਾਅ, ਉਸੇ ਉਤਸ਼ਾਹ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਸੰਗਤਾਂ ਪਹੁੰਚਦੀਆਂ ਹਨ। ਤੇ ਇਹ ਸਾਡੀ ਕਹਾਵਤ ਵੀ ਪ੍ਰਚਲਿਤ ਹੈ ਕਿ ਜੇ ਦੀਵਾਲੀ ਵੇਖਣੀ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵੇਖੋ। ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਸਤਿਗੁਰੂ ਮਿਹਰ ਕਰਨ, ਗੁਰੂ ਹਰਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਸਭ ਦੀ ਝੋਲੀ 'ਚ ਪੈਣ। ਆਪਾਂ ਸਾਰੇ ਗੁਰਮਤਿ ਦੇ, ਗੁਰਬਾਣੀ ਦੇ, ਨਾਮ ਬਾਣੀ ਦੇ ਧਾਰਨੀ ਬਣੀਏ। ਆਪਸੀ ਪਿਆਰ, ਮਿਲਵਰਤਨ, ਪ੍ਰੇਮ, ਇਤਫਾਕ ਸਾਡੇ ਸਾਰਿਆਂ 'ਚ ਬਣੇ। ਸਾਰਿਆਂ ਦਾ ਭਲਾ ਕਰਨ ਵਾਲਾ ਸਾਡਾ ਸੁਭਾਅ ਬਣੇ। ਈਰਖਾ, ਨਿੰਦਿਆ, ਚੁਗਲੀ, ਦਵੈਸ਼, ਇਹਨਾਂ ਅਵਗੁਣਾਂ ਤੋਂ ਬਾਹਰ ਨਿਕਲੀਏ। ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਗਲਤੀਆਂ, ਅਣਜਾਣ ਦਾ ਸਰਾ ਸਮਝਦਾ ਨਾ ਚਿਤਾਰਨੀਆਂ ਜੀ। ਅਦਬ ਸਹਿਤ ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ।